ਪਿਆਰੇ ਬੱਚਿਓ, ਅੱਜ ਅਸੀਂ 10ਵੀਂ ਜਮਾਤ ਦੇ ਪਾਠ ਪਹਿਲੇ ਭਾਰਤ ਇੱਕ ਜਾਣ ਪਹਿਚਾਣ ਦੇ 50 ਤੋਂ 60 ਸ਼ਬਦਾਂ ਵਾਲੇ ਪ੍ਰਸ਼ਨ ਉੱਤਰ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੱਚੋ, ਪਹਿਲਾ ਪ੍ਰਸ਼ਨ ਹੈ ਕੀ ਭਾਰਤ ਇੱਕ ਉਪ ਮਹਾਂਦੀਪ ਹੈ? ਬੱਚੋ, ਸਭ ਤੋਂ ਪਹਿਲਾਂ ਸਾਨੂੰ ਉਪ ਮਹਾਂਦੀਪ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਪ ਮਹਾਂਦੀਪ ਕਿਸ ਨੂੰ ਕਹਿੰਦੇ ਹਾਂ। ਉਪ ਮਹਾਂਦੀਪ ਧਰਤੀ ਦਾ ਉਹ ਟੁਕੜਾ ਹੁੰਦਾ ਹੈ ਜਿਸ ਦੀ ਆਪਣੀ ਵੱਖਰੀ ਪਹਿਚਾਣ ਹੁੰਦੀ ਹੈ। ਬਾਕੀ ਮੁੱਖ ਭੂ-ਭਾਗ ਤੋਂ ਉਹ ਵੱਖਰਾ ਨਜ਼ਰ ਆਉਂਦਾ ਹੈ। ਜੇਕਰ ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਇਸ ਨੂੰ ਏਸ਼ੀਆ ਮਹਾਂਦੀਪ ਦੇ ਬਾਕੀ ਹਿੱਸੇ ਨਾਲੋਂ ਵੱਖ ਕਰਦੇ ਹਨ। ਦੱਖਣ ਵਿੱਚ ਹਿੰਦ ਮਹਾਸਾਗਰ ਅਤੇ ਇਸ ਦੇ ਨਾਲ ਲੱਗਦੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਭਾਰਤ ਨੂੰ ਬਾਕੀ ਸੰਸਾਰ ਤੋਂ ਵੱਖ ਕਰ ਦਿੰਦੇ ਹਨ। ਪੂਰਬ ਵਿੱਚ ਮਿਆਂਮਾਰ ਵਿੱਚ ਪਹਾੜੀਆਂ ਅਤੇ ਪੱਛਮ ਵਿੱਚ ਥਾਰ ਦਾ ਮਾਰੂਥਲ ਅਤੇ ਪਾਕਿਸਤਾਨ ਇਸ ਨੂੰ ਬਾਕੀ ਦੁਨੀਆ ਤੋਂ ਅਲੱਗ ਬਣਾ ਦਿੰਦੇ ਹਨ। ਬੱਚੋ, ਇਹ ਸਭ ਭੂ-ਆਕ੍ਰਿਤੀਆਂ ਭਾਰਤ ਨੂੰ ਸੰਸਾਰ ਦੇ ਨਕਸ਼ੇ ਵਿੱਚ ਇੱਕ ਵੱਖਰੀ ਪਹਿਚਾਣ ਦਿੰਦੀਆਂ ਹਨ। ਇਸ ਤਰ੍ਹਾਂ ਭਾਰਤ ਅਤੇ ਉਸ ਦੇ ਨਾਲ ਛੋਟੇ ਗੁਆਂਢੀ ਮੁਲਕ ਇਸ ਨੂੰ ਉਪ ਮਹਾਂਦੀਪ ਦਾ ਦਰਜਾ ਦਿਵਾ ਦਿੰਦੇ ਹਨ। ਬੱਚੋ, ਫਿਰ ਇਸ ਦੇ ਉੱਤਰ ਵਿੱਚ ਭਾਰਤ ਦੀ ਸਥਿਤੀ ਅਤੇ ਵਿਸਥਾਰ ਕਾਰਨ ਇਸ ਨੂੰ ਉਪ ਮਹਾਂਦੀਪ ਕਿਹਾ ਜਾਂਦਾ ਹੈ। ਉਪ ਮਹਾਂਦੀਪ ਇੱਕ ਵੱਡਾ ਇਲਾਕਾ ਹੁੰਦਾ ਹੈ ਜਿਸ ਦੀਆਂ ਆਪਣੀਆਂ ਕੁਦਰਤੀ ਹੱਦਾਂ ਹੁੰਦੀਆਂ ਹਨ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਤੋਂ ਪਾਰ ਅਗੀਲ, ਮੁਜ਼ਤਗ, ਕੁਨਲੁਨ ਆਦਿ ਪਹਾੜੀਆਂ ਇਸ ਨੂੰ ਏਸ਼ੀਆ ਦੇ ਉੱਤਰ ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ। ਦੱਖਣ ਵਿੱਚ ਹਿੰਦ ਮਹਾਸਾਗਰ ਬਾਕੀ ਦੁਨੀਆ ਤੋਂ ਅਤੇ ਮੰਨਾਰ ਦੀ ਖਾੜੀ ਨੂੰ ਸ਼੍ਰੀਲੰਕਾ ਤੋਂ ਵੱਖ ਕਰਦੀ ਹੈ। ਅਰਾਕਾਨ ਯੋਮਾ ਇਸ ਨੂੰ ਪੂਰਬ ਵਿੱਚ ਬਾਕੀ ਦੁਨੀਆ ਤੋਂ ਵੱਖ ਕਰਦਾ ਹੈ। ਪੱਛਮ ਵਿੱਚ ਥਾਰ ਦਾ ਮਾਰੂਥਲ ਅਤੇ ਪਾਕਿਸਤਾਨ ਦਾ ਵੱਡਾ ਇਲਾਕਾ ਇਸ ਨੂੰ ਬਾਕੀ ਦੁਨੀਆ ਤੋਂ ਵੱਖ ਕਰਦਾ ਹੈ। ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਭਾਰਤ ਮਿਲ ਕੇ ਉਪ ਮਹਾਂਦੀਪ ਦਾ ਨਿਰਮਾਣ ਕਰਦੇ ਹਨ। ਬੱਚੋ, ਉਪ ਮਹਾਂਦੀਪ ਸਪਸ਼ਟ ਹੋ ਗਿਆ ਹੋਣਾ ਹੈ। ਆਪਾਂ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ। ਭਾਰਤ ਦੇ ਸਥਾਨਕ ਵਿਸਤਾਰ 'ਤੇ ਨੋਟ ਲਿਖੋ। ਬੱਚਿਓ, ਇਸ ਵਿੱਚ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਯਾਦ ਰੱਖਣਾ ਹੈ। ਪਹਿਲੀ ਚੀਜ਼, ਭਾਰਤ ਦਾ ਅਕਸ਼ਾਂਸ਼ੀ ਵਿਸਤਾਰ। दूसरा
ਭਾਰਤ ਦਾ ਦੇਸ਼ਾਂਤਰੀ ਵਿਸਤਾਰ। ਤੀਸਰਾ, ਭਾਰਤ ਦੀ ਉੱਤਰ ਤੋਂ ਦੱਖਣ ਦੀ ਲੰਬਾਈ ਅਤੇ ਪੂਰਬ ਤੋਂ ਪੱਛਮ ਦੀ ਚੌੜਾਈ। ਇਸ ਤਰ੍ਹਾਂ ਹਿੱਸਿਆਂ ਵਿੱਚ ਤੁਸੀਂ ਇਸ ਪ੍ਰਸ਼ਨ ਦੇ ਉੱਤਰ ਨੂੰ ਲਿਖਣਾ ਅਤੇ ਯਾਦ ਕਰਨਾ ਹੈ। ਬੱਚੋ, ਨਕਸ਼ੇ ਨੂੰ ਧਿਆਨ ਨਾਲ ਦੇਖੋ। ਸਭ ਤੋਂ ਪਹਿਲੇ ਅਕਸ਼ਾਂਸ਼ੀ ਵਿਸਤਾਰ ਦੀ ਗੱਲ ਕਰਦੇ ਹਾਂ। ਅਕਸ਼ਾਂਸ਼ ਜੋ ਭੂ-ਮੱਧ ਰੇਖਾ ਦੇ ਸਮਾਨਾਂਤਰ ਲੱਗੀਆਂ ਰੇਖਾਵਾਂ ਹੁੰਦੀਆਂ ਹਨ। ਧੁਰ ਦੱਖਣ ਵਿੱਚ ਕੰਨਿਆ ਕੁਮਾਰੀ 'ਤੇ ਇੱਕ ਲਕੀਰ ਖਿੱਚ ਦਈਏ। ਉਸ ਲਕੀਰ ਨੂੰ ਅਸੀਂ ਅਕਸ਼ਾਂਸ਼ ਕਹਾਂਗੇ। ਇਸ ਅਕਸ਼ਾਂਸ਼ ਦੀ ਵੈਲਿਊ ਜਾਂ ਅਕਸ਼ਾਂਸ਼ ਦਾ ਮੁੱਲ 8 ਡਿਗਰੀ 4 ਮਿੰਟ 28 ਸੈਕਿੰਡ ਉੱਤਰੀ ਅਕਸ਼ਾਂਸ਼ ਹੋਵੇਗਾ। ਇਸ ਦੇ ਨਾਲ ਉੱਤਰ ਦਿਸ਼ਾ ਵਿੱਚ ਜੰਮੂ ਕਸ਼ਮੀਰ ਰਾਜ ਦੇ ਸਿਰੇ ਦੇ ਉੱਪਰ ਇੱਕ ਅਕਸ਼ਾਂਸ਼ ਖਿੱਚ ਲਈਏ। ਉਸ ਅਕਸ਼ਾਂਸ਼ ਦਾ ਮੁੱਲ 37 ਡਿਗਰੀ 17 ਮਿੰਟ 53 ਸੈਕਿੰਡ ਉੱਤਰੀ ਅਕਸ਼ਾਂਸ਼ ਹੋਵੇਗਾ। ਜੇਕਰ ਇਕੱਠੀ ਗੱਲ ਕਰੀਏ, ਭਾਰਤ ਦਾ ਅਕਸ਼ਾਂਸ਼ੀ ਵਿਸਤਾਰ 8 ਡਿਗਰੀ 4 ਮਿੰਟ 28 ਸੈਕਿੰਡ ਉੱਤਰੀ ਅਕਸ਼ਾਂਸ਼ ਤੋਂ ਸ਼ੁਰੂ ਹੋ ਕੇ 37 ਡਿਗਰੀ 17 ਮਿੰਟ 53 ਸੈਕਿੰਡ ਉੱਤਰੀ ਅਕਸ਼ਾਂਸ਼ਾਂ ਦੇ ਵਿਚਕਾਰ ਫੈਲਿਆ ਹੋਇਆ ਹੈ। ਬੱਚੋ, ਦੂਸਰੀ ਗੱਲ ਦੇਸ਼ਾਂਤਰੀ ਵਿਸਤਾਰ ਦੀ। ਭਾਰਤ ਦਾ ਦੇਸ਼ਾਂਤਰੀ ਵਿਸਤਾਰ ਗੁਜਰਾਤ ਦੇ ਰਨ ਆਫ ਕੱਛ ਦੇ ਇਲਾਕੇ ਵਿੱਚ 68 ਡਿਗਰੀ 7 ਮਿੰਟ 33 ਸੈਕਿੰਡ ਤੋਂ ਆਰੰਭ ਹੋ ਕੇ ਅਰੁਣਾਚਲ ਪ੍ਰਦੇਸ਼ ਦੇ ਅਖੀਰ ਸਿਰੇ ਤੱਕ 97 ਡਿਗਰੀ 24 ਮਿੰਟ 47 ਸੈਕਿੰਡ ਪੂਰਬੀ ਦਿਸ਼ਾਂਤਰਾਂ ਦੇ ਵਿਚਕਾਰ ਫੈਲਿਆ ਹੋਇਆ ਹੈ। ਬੱਚੋ, ਇਸ ਦੇ ਨਾਲ ਉੱਤਰ ਤੋਂ ਦੱਖਣ, ਜੇਕਰ ਭਾਰਤ ਦੀ ਲੰਬਾਈ ਦੀ ਗੱਲ ਕਰਦੇ ਹਾਂ, 3214 ਕਿਲੋਮੀਟਰ ਭਾਰਤ ਦੇ ਹਿੱਸੇ ਹੈ ਅਤੇ ਪੂਰਬ ਤੋਂ ਪੱਛਮ 2933 ਕਿਲੋਮੀਟਰ ਦੀ ਚੌੜਾਈ ਵਿੱਚ ਭਾਰਤ ਫੈਲਿਆ ਹੋਇਆ ਹੈ। ਤੁਹਾਨੂੰ ਬੱਚੋ ਕਾਫੀ ਕੁਝ ਇਸ ਨਕਸ਼ੇ ਦੀ ਮਦਦ ਨਾਲ ਸਪਸ਼ਟ ਹੋ ਗਿਆ ਹੋਣਾ ਹੈ। ਹੁਣ ਆਪਾਂ ਇਸ ਦੇ ਉੱਤਰ ਵੱਲ ਚੱਲਦੇ ਹਾਂ। ਉੱਤਰ ਵਿੱਚ ਅਸੀਂ ਦੱਸਣਾ ਹੈ ਭਾਰਤ ਦਾ ਵਿਸਤਾਰ 8 ਡਿਗਰੀ 4 ਮਿੰਟ 28 ਸੈਕਿੰਡ ਤੋਂ 37 ਡਿਗਰੀ 17 ਮਿੰਟ 53 ਸੈਕਿੰਡ ਉੱਤਰੀ ਅਕਸ਼ਾਂਸ਼ਾਂ ਵਿਚਕਾਰ ਅਤੇ 68 ਡਿਗਰੀ 7 ਮਿੰਟ 33 ਸੈਕਿੰਡ ਤੋਂ 97 ਡਿਗਰੀ 24 ਮਿੰਟ 47 ਸੈਕਿੰਡ ਪੂਰਬੀ ਦਿਸ਼ਾਂਤਰਾਂ ਵਿਚਕਾਰ ਫੈਲਿਆ ਹੋਇਆ ਹੈ। ਇਸ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਲੰਬਾਈ 3214 ਕਿਲੋਮੀਟਰ ਅਤੇ ਰਨ ਆਫ ਕੱਛ ਤੋਂ ਅਰੁਣਾਚਲ ਪ੍ਰਦੇਸ਼ ਤੱਕ 2933 ਕਿਲੋਮੀਟਰ ਚੌੜਾਈ ਹੈ। ਕਰਕ ਰੇਖਾ ਇਸ ਦੇ ਮੱਧ ਵਿੱਚੋਂ ਗੁਜ਼ਰਦੀ ਹੈ, ਜੋ ਇਸ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਭਾਰਤ ਦਾ ਵਿਸਤਾਰ ਇਸ ਤੋਂ ਵੀ ਪਤਾ ਲੱਗਦਾ ਹੈ ਕਿ
ਅਰੁਣਾਚਲ ਪ੍ਰਦੇਸ਼ ਵਿੱਚ ਜਦੋਂ ਸੂਰਜ ਨਿਕਲਦਾ ਹੈ ਤਾਂ ਇਸ ਤੋਂ 2 ਘੰਟੇ ਬਾਅਦ ਗੁਜਰਾਤ ਵਿੱਚ ਸੂਰਜ ਨਿਕਲਦਾ ਹੈ। ਠੀਕ ਹੈ ਬੱਚੋ, ਇੰਨਾ ਵਿਸ਼ਾਲ ਦੇਸ਼ ਹੈ ਆਪਣਾ ਕਿ ਸੂਰਜ ਜਿਸ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ ਪੂਰਬ ਵਿੱਚ ਨਿਕਲ ਰਿਹਾ ਹੁੰਦਾ ਹੈ ਉਸ ਤੋਂ 2 ਘੰਟੇ ਬਾਅਦ ਗੁਜਰਾਤ ਵਿੱਚ ਸੂਰਜ ਦਿਖਾਈ ਦਿੰਦਾ ਹੈ। ਆਓ ਬੱਚੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ 2 ਤੱਥਾਂ ਦੁਆਰਾ ਸਮਝਾਓ। ਭਾਰਤ ਦੀ ਖੇਤਰੀ ਭਿੰਨਤਾ ਨੂੰ ਦੱਸਦੇ ਹੋਏ 2 ਤੱਥ ਹੇਠ ਲਿਖੇ ਅਨੁਸਾਰ ਹਨ। ਬੱਚੋ, ਪਹਿਲੀ ਚੀਜ਼ ਖੇਤਰੀ ਭਿੰਨਤਾ, ਕਿ ਭਾਰਤ ਸਾਡਾ ਐਡਾ ਵਿਸ਼ਾਲ ਦੇਸ਼ ਹੈ ਕਿ ਇਸ ਦੇ ਧਰਾਤਲ ਵਿੱਚ ਸਾਨੂੰ ਬਹੁਤ ਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਹਨ। ਇਸੇ ਖੇਤਰੀ ਭਿੰਨਤਾ ਨੂੰ ਦੱਸਣ ਵਾਸਤੇ ਅਸੀਂ ਪਹਿਲਾ ਤੱਤ ਧਰਾਤਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਹਨ। ਉਸਦੇ ਦੱਖਣ ਵਿੱਚ ਉੱਤਰ ਦੇ ਵਿਸ਼ਾਲ ਮੈਦਾਨ ਮਿਲਦੇ ਹਨ ਜੋ ਨਦੀਆਂ ਦੁਆਰਾ ਰੋੜ ਕੇ ਲਿਆਂਦੀ ਗਈ ਜਲੋੜ ਉਪਜਾਊ ਮਿੱਟੀ ਦੇ ਬਣੇ ਹੋਏ ਮੈਦਾਨ ਹਨ। ਇਸ ਤੋਂ ਬਾਅਦ ਦੱਖਣ ਦਾ ਪਠਾਰ ਦੇਖਣ ਵਿੱਚ ਆਉਂਦਾ ਹੈ ਜੋ ਪੁਰਾਣੀਆਂ ਸਖਤ ਚਟਾਨਾਂ ਦਾ ਬਣਿਆ ਹੋਇਆ ਹੈ। ਇਸ ਸਖਤ ਚਟਾਨਾਂ ਦੇ ਪਠਾਰ ਦੇ ਦੋਨੋਂ ਤਰਫ ਤੱਟ ਦੇ ਮੈਦਾਨ ਦੇਖਣ ਵਿੱਚ ਮਿਲਦੇ ਹਨ। ਇੱਕ ਤਰਫ ਨਵੀਨ ਵਲਨ ਨਾਲ ਬਣੇ ਹੋਏ ਪਰਬਤ ਹਨ ਤੇ ਦੂਸਰੀ ਤਰਫ ਅਰਾਵਲੀ ਵਰਗੇ ਪੁਰਾਣੇ ਘਸੇ ਹੋਏ ਪਰਬਤ ਵੀ ਭਾਰਤ ਵਿੱਚ ਮਿਲਦੇ ਹਨ। ਬੱਚੋ, ਤੁਹਾਨੂੰ ਇਸ ਨਕਸ਼ੇ ਦੇ ਨਾਲ ਭਾਰਤ ਦੇ ਧਰਾਤਲ ਬਾਰੇ ਕਾਫੀ ਕੁਝ ਪਤਾ ਲੱਗ ਗਿਆ ਹੋਵੇਗਾ। ਇਸ ਦੇ ਉੱਤਰ ਵੱਲ ਚੱਲਦੇ ਹਾਂ। ਉੱਤਰ ਵਿੱਚ ਆਪਾਂ ਦੱਸਾਂਗੇ ਖੇਤਰੀ ਭਿੰਨਤਾ ਨੂੰ ਦੱਸਦੇ ਹੋਏ 2 ਤੱਥ ਹੇਠ ਲਿਖੇ ਅਨੁਸਾਰ ਹਨ। ਪਹਿਲਾ, ਧਰਾਤਲ। ਭਾਰਤ ਵਿੱਚ ਵਲਨ ਦੁਆਰਾ ਬਣੇ ਨਵੇਂ ਹਿਮਾਲਿਆ ਪਰਬਤਮਾਲਾ ਤੋਂ ਲੈ ਕੇ ਅਰਾਵਲੀ ਵਰਗੇ ਘਸੇ ਹੋਏ ਪੁਰਾਣੇ ਪਰਬਤ ਤੱਕ ਮਿਲਦੇ ਹਨ। ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਅਤੇ ਦੱਖਣ ਵਿੱਚ ਪੁਰਾਣੀਆਂ ਸਖਤ ਚਟਾਨਾਂ ਦਾ ਬਣਿਆ ਪ੍ਰਾਇਦੀਪੀय ਪਠਾਰ ਹੈ। ਹਿਮਾਲਿਆ ਪਰਬਤਮਾਲਾ ਦੇ ਪੈਰਾਂ ਵਿੱਚ ਉੱਤਰ ਦੇ ਵਿਸ਼ਾਲ ਉਪਜਾਊ ਮੈਦਾਨ ਮਿਲਦੇ ਹਨ। ਬੱਚੋ, ਦੂਸਰਾ ਤੱਤ ਜਲਵਾਯੂ ਹੈ। ਭਾਰਤ ਦੀ ਜਲਵਾਯੂ ਵਿੱਚ ਵੀ ਬਹੁਤ ਜ਼ਿਆਦਾ ਭਿੰਨਤਾ ਦੇਖਣ ਵਿੱਚ ਮਿਲਦੀ ਹੈ। ਇਹ ਭਿੰਨਤਾ ਭਾਰਤ ਦੇ ਵਿਸ਼ਾਲ ਖੇਤਰਫਲ ਹੋਣ ਦੇ ਕਾਰਨ ਹੈ। ਭਾਰਤ ਦਾ ਇੱਕ ਹਿੱਸਾ 3 ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ, ਜਿਸ ਕਾਰਨ ਉਸ ਦੱਖਣੀ ਭਾਰਤ ਦੇ ਗਰਮੀਆਂ ਅਤੇ ਸਰਦੀਆਂ ਦੇ ਜਲਵਾਯੂ ਵਿੱਚ ਜਾਂ ਤਾਪਮਾਨ ਵਿੱਚ ਬਹੁਤ ਜ਼ਿਆਦਾ ਅੰਤਰ ਦੇਖਣ ਵਿੱਚ ਨਹੀਂ ਮਿਲਦਾ ਹੈ। ਇਸ ਦੇ ਉਲਟ ਉੱਤਰੀ ਭਾਰਤ ਦੀ ਗੱਲ ਕਰਦੇ ਹਾਂ ਤੇ ਇਹ ਇਲਾਕਾ ਸਮੁੰਦਰ ਤੋਂ ਦੂਰ ਹੋਣ ਕਾਰਨ ਇੱਥੇ ਮਹਾਦੀਪੀ ਕਿਸਮ ਦੀ ਜਲਵਾਯੂ ਮਿਲਦੀ ਹੈ, ਜਿਸ ਵਿੱਚ ਸਰਦੀਆਂ ਵਿੱਚ ਤਾਪਮਾਨ ਬਹੁਤ ਘਟ ਜਾਂਦਾ ਹੈ ਤੇ ਗਰਮੀਆਂ ਵਿੱਚ ਬਹੁਤ ਵੱਧ ਜਾਂਦਾ ਹੈ। ਔਸਤ ਤਾਪਮਾਨ ਦੇ ਵਿੱਚ
ਬਹੁਤ ਜ਼ਿਆਦਾ ਭਿੰਨਤਾ ਦੇਖਣ ਵਿੱਚ ਮਿਲਦੀ ਹੈ। ਜਿਵੇਂ ਤੁਸੀਂ ਨਕਸ਼ੇ ਵਿੱਚ ਦੇਖ ਰਹੇ ਹੋ, ਜਨਵਰੀ ਮਹੀਨੇ ਦੇ ਔਸਤ ਤਾਪਮਾਨ ਵਿੱਚ ਦੱਖਣੀ ਭਾਰਤ 20 ਤੋਂ 25 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਦੇਖਣ ਵਿੱਚ ਆਉਂਦੇ ਹਨ, ਤੇ ਅਗਰ ਉੱਤਰੀ ਭਾਰਤ ਦੀ ਗੱਲ ਕਰਦੇ ਹਾਂ ਤੇ 10 ਤੋਂ 15 ਡਿਗਰੀ ਸੈਂਟੀਗ੍ਰੇਡ ਜਾਂ ਕਈ ਵਾਰ ਇਸ ਤੋਂ ਵੀ ਘੱਟ ਤਾਪਮਾਨ ਦੇਖਣ ਵਿੱਚ ਮਿਲਦਾ ਹੈ। ਸਮੁੰਦਰ ਦੇ ਕਿਨਾਰਿਆਂ ਵਾਲੇ ਇਲਾਕਿਆਂ ਵਿੱਚ ਤਾਪਮਾਨ ਵਿੱਚ ਕੋਈ ਬਹੁਤ ਜ਼ਿਆਦਾ ਬਦਲਾਵ ਦੇਖਣ ਵਿੱਚ ਨਹੀਂ ਆਉਂਦਾ ਹੈ। ਸਮੁੰਦਰ ਤੋਂ ਚੱਲਣ ਵਾਲੀਆਂ ਹਵਾਵਾਂ ਇਸ ਖੇਤਰ ਦੇ ਤਾਪਮਾਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਨਾ ਤਾਂ ਤਾਪਮਾਨ ਬਹੁਤ ਜ਼ਿਆਦਾ ਵਧਣ ਦਿੰਦੀਆਂ ਹਨ ਅਤੇ ਨਾ ਹੀ ਬਹੁਤ ਜ਼ਿਆਦਾ ਘਟਣ ਦਿੰਦੀਆਂ ਹਨ। ਬੱਚੋ, ਜੇਕਰ ਇਹ ਗੱਲ ਸਪਸ਼ਟ ਹੋ ਗਈ ਹੈ ਤੇ ਆਪਾਂ ਇਸ ਪ੍ਰਸ਼ਨ ਦੇ ਉੱਤਰ ਵੱਲ ਚੱਲਦੇ ਹਾਂ। ਦੂਸਰਾ ਤੱਥ ਜਲਵਾਯੂ। ਭਾਰਤ ਦੇ ਮੱਧ ਵਿੱਚੋਂ ਗੁਜ਼ਰਦੀ ਕਰਕ ਰੇਖਾ ਦੇ ਉੱਤਰੀ ਭਾਗਾਂ ਵਿੱਚ ਸ਼ੀਤ ਊਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਸਮੁੰਦਰ ਤੋਂ ਦੂਰ ਦੇ ਇਲਾਕਿਆਂ ਵਿੱਚ ਮਹਾਦੀਪੀ ਕਿਸਮ ਦੀ ਜਲਵਾਯੂ ਮਿਲਦੀ ਹੈ। ਦੱਖਣੀ ਭਾਰਤ ਵਿੱਚ ਸਮੁੰਦਰ ਦੇ ਪ੍ਰਭਾਵ ਕਾਰਨ ਤਾਪਮਾਨ 40 ਡਿਗਰੀ ਤੋਂ ਉੱਪਰ ਨਹੀਂ ਜਾਂਦਾ ਹੈ। ਉੱਤਰ ਪੂਰਬੀ ਭਾਰਤ ਵਿੱਚ ਵਰਖਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਦੇ ਉਲਟ ਪੱਛਮ ਵਿੱਚ ਥਾਰ ਦੇ ਮਾਰੂਥਲ ਦਾ ਖੇਤਰ ਵਰਖਾ ਤੋਂ ਬਿਨਾਂ ਖੁਸ਼ਕ ਰਹਿੰਦਾ ਹੈ। ਬੱਚੋ, ਇਸ ਤਰ੍ਹਾਂ ਭਾਰਤ ਦੇ ਵਿਸ਼ਾਲ ਖੇਤਰਫਲ ਦੇ ਵਿੱਚ ਜਲਵਾਯੂ ਵਿੱਚ ਵੀ ਭਿੰਨਤਾ ਦੇਖਣ ਵਿੱਚ ਆਉਂਦੀ ਹੈ। ਬੱਚੋ, ਅਗਲਾ ਪ੍ਰਸ਼ਨ। ਦੇਸ਼ ਦੀ ਕੁਦਰਤੀ ਭਿੰਨਤਾ ਨੇ ਸੱਭਿਆਚਾਰਕ ਭਿੰਨਤਾ ਪੈਦਾ ਕਰਨ ਵਿੱਚ ਕੀ ਯੋਗਦਾਨ ਦਿੱਤਾ ਹੈ? ਇਸ ਪ੍ਰਸ਼ਨ ਨੂੰ ਧਿਆਨ ਨਾਲ ਸਮਝਣਾ ਹੈ। ਬੱਚੋ, ਕੁਦਰਤੀ ਭਿੰਨਤਾ ਅੱਖਰ ਦੀ ਵਰਤੋਂ ਕੀਤੀ ਗਈ ਹੈ। ਕੁਦਰਤੀ ਭਿੰਨਤਾ ਵਿੱਚ ਅਸੀਂ ਪਿੱਛੇ ਸਮਝ ਕੇ ਆਏ ਹਾਂ ਭਾਰਤ ਦੇ ਧਰਾਤਲ ਦੇ ਬਾਰੇ। ਹੁਣ ਉਸ ਧਰਾਤਲੀ ਭਿੰਨਤਾ ਨੇ ਜਾਂ ਕੁਦਰਤੀ ਭਿੰਨਤਾਵਾਂ ਨੇ ਸੱਭਿਆਚਾਰਕ ਭਿੰਨਤਾ ਪੈਦਾ ਕਰਨ ਵਿੱਚ ਕੀ ਯੋਗਦਾਨ ਦਿੱਤਾ ਹੈ? ਉਸ ਕੁਦਰਤੀ ਭਿੰਨਤਾ ਦੇ ਕਾਰਨ ਲੋਕਾਂ ਦੇ ਰਹਿਣ ਸਹਿਣ ਦੇ ਵਿੱਚ ਸੱਭਿਆਚਾਰਕ ਭਿੰਨਤਾ ਵਿੱਚ ਕੀ ਅੰਤਰ ਆਇਆ ਹੈ, ਇਸ ਨੂੰ ਅਸੀਂ ਇਸ ਉੱਤਰ ਵਿੱਚ ਦੱਸਣਾ ਹੈ। ਬੱਚੋ, ਭਾਰਤ ਦੇਸ਼ ਦੇ ਵਿਸ਼ਾਲ ਹੋਣ ਕਾਰਨ ਇਸ ਵਿੱਚ ਬਹੁਤ ਸਾਰੀਆਂ ਕੁਦਰਤੀ ਭਿੰਨਤਾਵਾਂ ਮਿਲਦੀਆਂ ਹਨ। ਭਾਰਤ ਦੀਆਂ ਧਰਾਤਲੀ ਭਿੰਨਤਾਵਾਂ ਕਾਰਨ ਲੋਕਾਂ ਦੇ ਰਹਿਣ ਸਹਿਣ ਵੱਖ-ਵੱਖ ਹਨ। ਪਹਾੜੀ ਇਲਾਕੇ ਵਿੱਚ ਲੋਕ ਗਰਮ ਕੱਪੜਿਆਂ ਦੀ ਵਰਤੋਂ ਕਰਦੇ ਹਨ। ਉਹਨਾਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਉੱਥੇ ਦੀਆਂ ਕੁਦਰਤੀ ਹਾਲਤਾਂ ਦੇ ਅਨੁਸਾਰ ਹੁੰਦਾ ਹੈ। ਪ੍ਰਾਇਦੀਪੀ ਪਠਾਰ ਦੀ ਸਖਤ ਜ਼ਮੀਨ ਉੱਤੇ ਖੇਤੀ ਕਰਨੀ ਅਤੇ ਰਹਿਣ ਸਹਿਣ ਮੈਦਾਨੀ ਅਤੇ ਪਹਾੜੀ ਇਲਾਕਿਆਂ ਤੋਂ ਵੱਖਰਾ ਹੁੰਦਾ ਹੈ। ਮੈਦਾਨੀ ਇਲਾਕੇ ਦੇ ਲੋਕ ਬਾਕੀ ਕੁਦਰਤੀ ਇਲਾਕਿਆਂ ਦੇ ਮੁਕਾਬਲੇ ਘੱਟ ਮਿਹਨਤ ਨਾਲ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ। ਉਹਨਾਂ ਦਾ ਰਹਿਣ ਸਹਿਣ ਦੇਸ਼ ਦੇ ਬਾਕੀ ਕੁਦਰਤੀ ਇਲਾਕਿਆਂ ਤੋਂ ਵੱਖਰਾ ਹੁੰਦਾ ਹੈ।
ਬੱਚੋ ਇਹਨਾਂ ਗੱਲਾਂ ਨੂੰ ਸਮਝੋ। ਉੱਤਰ ਵਿੱਚ ਹਿਮਾਲਿਆ ਪਰਬਤ ਪਹਾੜੀ ਇਲਾਕਾ ਹੈ। ਉਸ ਦੇ ਨਾਲ ਹੀ ਸਾਨੂੰ ਸਮਤਲ ਪੱਧਰੇ ਮੈਦਾਨ ਦੇਖਣ ਵਿੱਚ ਆਉਂਦੇ ਹਨ। ਉਸ ਤੋਂ ਬਾਅਦ ਸਾਡੇ ਕੋਲ ਪ੍ਰਾਇਦੀਪੀਏ ਪਠਾਰ ਦਾ ਸਖਤ ਇਲਾਕਾ ਦੇਖਣ ਵਿੱਚ ਮਿਲਦਾ ਹੈ। ਬੱਚੋ ਪਹਾੜੀ ਇਲਾਕਿਆਂ ਵਿੱਚ ਅਤੇ ਮੈਦਾਨੀ ਇਲਾਕਿਆਂ ਵਿੱਚ ਅਤੇ ਪਠਾਰੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਰਹਿਣ ਸਹਿਣ ਅਤੇ ਕੰਮ ਕਾਜ ਭਿੰਨ ਭਿੰਨ ਹੋਣਗੇ, ਕਿਉਂਕਿ ਉਹਨਾਂ ਦੇ ਰਹਿਣ ਦੀਆਂ ਹਾਲਤਾਂ ਵਿੱਚ ਕਾਫੀ ਅੰਤਰ ਹੈ। ਪਹਾੜੀ ਇਲਾਕਿਆਂ ਦੇ ਲੋਕ ਗਰਮ ਕੱਪੜਿਆਂ ਦੀ ਵਰਤੋਂ ਕਰਦੇ ਹਨ। ਖੇਤੀਬਾੜੀ ਵਾਸਤੇ ਉਹਨਾਂ ਨੂੰ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਵੱਧ ਮਿਹਨਤ ਕਰਨੀ ਪੈਂਦੀ ਹੈ, ਚਾਹੇ ਉਹ ਸਿੰਚਾਈ ਦੇ ਸਾਧਨ ਦੀ ਵਰਤੋਂ ਹੋਵੇ ਜਾਂ ਖੇਤ ਨੂੰ ਪੱਧਰਾ ਕਰਨ ਵਾਸਤੇ ਕੰਮ ਕਰਨਾ ਹੋਵੇ। ਇਸ ਦੇ ਨਾਲ ਪ੍ਰਾਇਦੀਪੀਏ ਪਠਾਰ ਦੇ ਲੋਕਾਂ ਨੂੰ ਸਖਤ ਜ਼ਮੀਨ ਦੇ ਉੱਪਰ ਖੇਤੀ ਵਾਸਤੇ ਹੋਰ ਸਖਤ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਦਾ ਰਹਿਣ ਸਹਿਣ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਲੋਕਾਂ ਨਾਲੋਂ ਵੱਖ ਹੋਵੇਗਾ। ਇਸੇ ਤਰ੍ਹਾਂ ਮੈਦਾਨੀ ਇਲਾਕਿਆਂ ਵਿੱਚ ਪੱਧਰੇ ਇਲਾਕੇ ਹੋਣ ਦੇ ਕਾਰਨ, ਉਪਜਾਊ ਮਿੱਟੀ ਹੋਣ ਦੇ ਕਾਰਨ ਪਹਾੜੀ ਅਤੇ ਪਠਾਰੀ ਇਲਾਕਿਆਂ ਦੀ ਤੁਲਨਾ ਵਿੱਚ ਘੱਟ ਮਿਹਨਤ ਕਰਨੀ ਪੈਂਦੀ ਹੈ। ਇਸ ਤਰ੍ਹਾਂ ਭਾਰਤ ਦੇ ਕੁਦਰਤੀ ਭਿੰਨਤਾਵਾਂ ਦੇ ਕਾਰਨ ਸੱਭਿਆਚਾਰਕ ਭਿੰਨਤਾਵਾਂ ਵੀ ਦੇਖਣ ਵਿੱਚ ਆਉਂਦੀਆਂ ਹਨ। ਠੀਕ ਹੈ ਬੱਚੋ, ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ। ਬੱਚੋ, ਜਦੋਂ ਅਰੁਣਾਚਲ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ। ਸਪਸ਼ਟ ਕਰਨਾ ਹੈ ਆਪਾਂ ਇਸ ਗੱਲ ਨੂੰ। ਬੱਚੋ, ਜਦੋਂ ਅਸੀਂ ਭਾਰਤ ਦੇ ਵਿਸਥਾਰ ਦੀ ਗੱਲ ਕਰ ਰਹੇ ਸੀ, ਉਸ ਸਮੇਂ ਅਸੀਂ ਭਾਰਤ ਦੀ ਵਿਸ਼ਾਲਤਾ ਇਸ ਗੱਲ ਨਾਲ ਮਾਪੀ ਸੀ ਕਿ ਜਿਸ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਅਤੇ ਉਸ ਦੇ ਉਲਟ ਪੱਛਮ ਵਿੱਚ ਗੁਜਰਾਤ ਵਿੱਚ ਉਸ ਤੋਂ 2 ਘੰਟੇ ਬਾਅਦ ਸੂਰਜ ਨਿਕਲਦਾ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਤੁਹਾਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਪਵੇਗਾ। ਬੱਚੋ, ਸਭ ਤੋਂ ਪਹਿਲਾਂ ਭਾਰਤ ਦੇ ਦੇਸ਼ਾਂਤਰੀ ਵਿਸਤਾਰ ਉੱਪਰ ਧਿਆਨ ਦੇਵੋ। ਭਾਰਤ ਦਾ ਦੇਸ਼ਾਂਤਰੀ ਵਿਸਤਾਰ 68 ਡਿਗਰੀ 7 ਮਿੰਟ ਪੂਰਬੀ ਦੇਸ਼ਾਂਤਰ ਤੋਂ ਆਰੰਭ ਹੋ ਕੇ 97 ਡਿਗਰੀ 25 ਮਿੰਟ ਪੂਰਬੀ ਦੇਸ਼ਾਂਤਰਾਂ ਦੇ ਵਿਚਕਾਰ ਫੈਲਿਆ ਹੋਇਆ ਹੈ। ਜੇਕਰ ਅਸੀਂ ਇਸ ਦਾ ਦੇਸ਼ਾਂਤਰੀ ਵਿਸਤਾਰ ਦੇਖੀਏ ਤੇ ਲਗਭਗ 30 ਦੇਸ਼ਾਂਤਰਾਂ ਦੇ ਵਿਚਕਾਰ ਭਾਰਤ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਫੈਲਿਆ ਹੋਇਆ ਹੈ। ਇੱਕ ਦੇਸ਼ਾਂਤਰ ਤੋਂ ਦੂਸਰੇ ਦੇਸ਼ਾਂਤਰ ਦਾ ਸਮੇਂ ਦੇ ਵਿੱਚ 4 ਮਿੰਟ ਦਾ ਅੰਤਰ ਹੁੰਦਾ ਹੈ। 30 ਨੂੰ 4 ਨਾਲ ਭਾਗ ਦੇਣ ਤੇ ਸਾਡੇ ਕੋਲ 120 ਮਿੰਟ ਭਾਵ 2 ਘੰਟੇ ਆ ਜਾਂਦੇ ਹਨ। ਇਹ 2 ਘੰਟੇ ਦਾ ਅੰਤਰ 30 ਦੇਸ਼ਾਂਤਰਾਂ ਦੇ ਕਾਰਨ ਹੈ, ਜੋ ਭਾਰਤ ਦਾ ਪੂਰਬ ਤੋਂ ਪੱਛਮ ਵਿੱਚ ਵਿਸ਼ਾਲ ਖੇਤਰਫਲ ਵਿੱਚ ਫੈਲੇ ਹੋਣ ਕਾਰਨ ਹੈ। ਬੱਚੋ, ਆਓ ਸਮਝਦੇ ਹਾਂ।
ਗੁਜਰਾਤ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 29 ਡਿਗਰੀ 12 ਮਿੰਟ ਦਾ ਦੇਸ਼ਾਂਤਰੀ ਵਿਸਤਾਰ ਹੈ ਅਤੇ ਹਰ ਇੱਕ ਦੇਸ਼ਾਂਤਰ ਵਿੱਚ ਆਪਸੀ ਦੂਰੀ 4 ਮਿੰਟ ਦੀ ਹੁੰਦੀ ਹੈ। ਧਰਤੀ ਦੇ ਆਪਸੀ ਦੂਰੀ ਦੁਆਲੇ ਜਾਂ ਧਰਤੀ ਦੇ ਆਪਣੀ ਧੁਰੀ ਦੁਆਲੇ ਘੁੰਮਣ ਕਾਰਨ ਲਗਭਗ 30 ਦੇਸ਼ਾਂਤਰ ਸੂਰਜ ਦੇ ਸਾਹਮਣੇ ਤੋਂ ਨਿਕਲਦੇ ਹੋਏ 2 ਘੰਟੇ ਦਾ ਸਮਾਂ ਲੈ ਲੈਂਦੇ ਹਨ। ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦਾ ਸਥਾਨਕ ਸਮਾਂ ਗੁਜਰਾਤ ਦੇ ਸਥਾਨਕ ਸਮੇਂ ਤੋਂ ਪਹਿਲਾਂ ਹੁੰਦਾ ਹੈ। ਇਸ ਕਾਰਨ ਪੂਰਬ ਵਿੱਚ ਜਦੋਂ ਸੂਰਜ ਅਰੁਣਾਚਲ ਪ੍ਰਦੇਸ਼ ਵਿੱਚ ਨਿਕਲ ਰਿਹਾ ਹੁੰਦਾ ਹੈ ਤਾਂ ਧੁਰ ਪੱਛਮ ਵਿੱਚ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਇੱਥੇ ਅਸੀਂ ਆਪਣੀ ਜਾਣਕਾਰੀ ਵਿੱਚ ਇਹ ਵੀ ਵਾਧਾ ਕਰਨਾ ਹੈ ਕਿ ਜੇਕਰ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਗੁਜਰਾਤ ਦੇ ਮੁਕਾਬਲੇ 2 ਘੰਟੇ ਪਹਿਲੇ ਨਿਕਲਦਾ ਹੈ, ਬੱਚੋ ਇਸ 2 ਘੰਟੇ ਦੇ ਅੰਤਰ ਨੂੰ ਦੂਰ ਕਰਨ ਵਾਸਤੇ ਭਾਰਤ ਸਰਕਾਰ ਵੱਲੋਂ IST ਇੰਡੀਅਨ ਸਟੈਂਡਰਡ ਟਾਈਮ ਨਾਮ ਦਾ ਇੱਕ ਦੇਸ਼ਾਂਤਰ 82.5 ਡਿਗਰੀ 'ਤੇ ਖਿੱਚਿਆ ਗਿਆ ਮੰਨਿਆ ਗਿਆ ਹੈ। ਇਲਾਹਾਬਾਦ ਸ਼ਹਿਰ ਤੋਂ ਇਹ ਗੁਜ਼ਰਦਾ ਹੈ। ਇਸ 82.5 ਡਿਗਰੀ ਦੇਸ਼ਾਂਤਰ ਦੇ ਉੱਪਰ ਜੋ ਸਮਾਂ ਹੁੰਦਾ ਹੈ ਉਸ ਸਮੇਂ ਅਨੁਸਾਰ ਸਾਰੇ ਭਾਰਤ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ। ਬੱਚੋ ਆਓ ਆਪਣੀ ਇਸ ਗੱਲ ਨੂੰ ਹੋਰ ਸਪਸ਼ਟ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੇ 2 ਘੰਟੇ ਦੇ ਫਰਕ ਨੂੰ ਫਿਰ ਸਮਝਦੇ ਹਾਂ। ਭਾਰਤ ਦਾ ਦੇਸ਼ਾਂਤਰੀ ਵਿਸਤਾਰ 30 ਦੇਸ਼ਾਂਤਰਾਂ ਵਿੱਚ, ਇੱਕ ਦੇਸ਼ਾਂਤਰ ਤੋਂ ਦੂਸਰੇ ਦੇਸ਼ਾਂਤਰ ਤੱਕ ਸੂਰਜ ਦੀ ਰੋਸ਼ਨੀ ਪਹੁੰਚਣ ਦਾ ਸਮਾਂ 4 ਮਿੰਟ। 30 ਨੂੰ 4 ਨਾਲ ਗੁਣਾ ਕਰਨ 'ਤੇ ਸਾਨੂੰ 120 ਮਿੰਟ ਪ੍ਰਾਪਤ ਹੁੰਦੇ ਹਨ। 120 ਮਿੰਟ ਨੂੰ ਜੇਕਰ ਅਸੀਂ ਘੰਟਿਆਂ ਵਿੱਚ ਤਬਦੀਲ ਕਰਨਾ ਹੈ ਤਾਂ 60 ਨਾਲ ਭਾਗ ਦੇਣ 'ਤੇ ਸਾਡੇ ਕੋਲ 2 ਘੰਟੇ ਆ ਜਾਂਦੇ ਹਨ। ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਸੂਰਜ ਨਿਕਲਣ ਦੇ ਵਿੱਚ ਇਹ 2 ਘੰਟਿਆਂ ਦਾ ਅੰਤਰ ਭਾਰਤ ਦਾ ਪੂਰਬ ਤੋਂ ਪੱਛਮੀ ਵਿਸਤਾਰ ਦੇ ਕਾਰਨ ਹੈ। ਅਸੀਂ ਇਸੇ ਚੀਜ਼ ਨੂੰ ਅੱਗੇ ਹੋਰ ਸਮਝਦੇ ਹਾਂ। ਬੱਚੋ ਸਾਰੀ ਦੁਨੀਆ ਦਾ ਸਮਾਂ 0 ਡਿਗਰੀ ਦੇਸ਼ਾਂਤਰ ਪ੍ਰਾਈਮ ਮੈਰੀਡੀਅਨ ਨਾਲ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਮੁੱਖ ਮਧਿਆਨ ਰੇਖਾ ਦਾ ਮੁੱਲ 0 ਡਿਗਰੀ ਦੇਸ਼ਾਂਤਰ ਹੈ। ਇਸ 0 ਡਿਗਰੀ ਦੇਸ਼ਾਂਤਰ ਦੇ ਪੂਰਬ ਵਾਲੇ ਪਾਸੇ ਦੇਸ਼ਾਂਤਰਾਂ ਨਾਲ ਪੂਰਬੀ ਦੇਸ਼ਾਂਤਰ ਅਤੇ ਪੱਛਮ ਵਾਲੇ ਪਾਸੇ ਦੇਸ਼ਾਂਤਰਾਂ ਨਾਲ ਪੱਛਮੀ ਦੇਸ਼ਾਂਤਰ ਲਿਖਿਆ ਜਾਂਦਾ ਹੈ। 0 ਡਿਗਰੀ ਦੇਸ਼ਾਂਤਰ ਤੋਂ ਭਾਰਤ ਦਾ ਮਾਨਕ ਸਮਾਂ 82.5 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਮੰਨਿਆ ਗਿਆ ਹੈ। 82.5 ਡਿਗਰੀ ਪੂਰਬੀ ਦੇਸ਼ਾਂਤਰ ਇਲਾਹਾਬਾਦ ਤੱਕ ਕੁੱਲ ਦੇਸ਼ਾਂਤਰਾਂ ਦਾ ਫਰਕ 82.5 ਦੇਸ਼ਾਂਤਰਾਂ ਦਾ ਹੈ। ਇੱਕ ਦੇਸ਼ਾਂਤਰ ਤੋਂ ਦੂਸਰੇ ਦੇਸ਼ਾਂਤਰ ਤੱਕ 4 ਮਿੰਟ ਦਾ ਸਮਾਂ ਸੂਰਜ ਦੀ ਰੋਸ਼ਨੀ ਲੈਂਦੀ ਹੈ।
82 ਨੂੰ 4 ਨਾਲ ਭਾਗ ਦੇਣ 'ਤੇ 330 ਮਿੰਟ ਦਾ ਸਮਾਂ ਆਉਂਦਾ ਹੈ। ਇਸ 330 ਮਿੰਟ ਨੂੰ ਘੰਟਿਆਂ ਵਿੱਚ ਤਬਦੀਲ ਕਰਨ ਵਾਸਤੇ ਅਸੀਂ 60 ਨਾਲ ਭਾਗ ਦੇ ਸਕਦੇ ਹਾਂ, ਭਾਵ 1 ਘੰਟੇ ਵਿੱਚ 60 ਮਿੰਟ ਹੁੰਦੇ ਹਨ ਅਤੇ ਸਾਡੇ ਕੋਲ 5.5 ਘੰਟੇ ਦਾ ਸਮਾਂ ਆ ਜਾਂਦਾ ਹੈ, ਜੋ ਭਾਰਤੀ ਮਾਨਕ ਰੇਖਾ ਦੇ ਉੱਪਰ ਪ੍ਰਾਈਮ ਮੈਰੀਡੀਅਨ ਤੋਂ ਮੁੱਖ ਮਾਨਕ ਰੇਖਾ ਤੋਂ 5.5 ਘੰਟੇ ਅੱਗੇ ਚੱਲਦਾ ਹੈ। ਭਾਰਤ ਇਸ ਮਾਨਕ ਰੇਖਾ ਦੇ ਪੂਰਬ ਵਿੱਚ ਸਥਿਤ ਹੈ, ਜਿਸ ਕਾਰਨ ਭਾਰਤ ਦਾ ਸਮਾਂ ਇਸ ਮਾਨਕ ਰੇਖਾ ਤੋਂ 5.5 ਘੰਟੇ ਅੱਗੇ ਚੱਲਦਾ ਹੈ। ਬੱਚੋ, ਤੁਸੀਂ ਮੋਬਾਈਲ ਦੇ ਵਿੱਚ ਜਦੋਂ ਸਮਾਂ ਸੈੱਟ ਕਰਦੇ ਹੋ, ਟਾਈਮ ਠੀਕ ਕਰਦੇ ਹੋ, ਅਤੇ ਸਾਨੂੰ ਉਸ ਦਾ ਟਾਈਮ ਜ਼ੋਨ ਦਿੱਲੀ, ਕੋਲਕਾਤਾ, ਚੇਨਈ ਪਲੱਸ 5.5 ਘੰਟੇ ਕਰਨਾ ਪੈਂਦਾ ਹੈ, ਨਹੀਂ ਤਾਂ ਸਾਡੇ ਮੋਬਾਈਲ ਦਾ ਸਮਾਂ ਠੀਕ ਨਹੀਂ ਚੱਲਦਾ ਹੈ। ਹੁਣ ਤੁਸੀਂ ਬੱਚੋ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ। ਹਮੇਸ਼ਾ ਇਹਨਾਂ ਗੱਲਾਂ ਨੂੰ ਯਾਦ ਰੱਖਣਾ ਅਤੇ ਆਪਣੀ ਪਾਠ ਪੁਸਤਕ ਦੇ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਯਾਦ ਕਰ ਲੈਣਾ। ਇਹ ਪ੍ਰਸ਼ਨ ਐਗਜ਼ਾਮ ਵਿੱਚ ਤੁਹਾਡੀ ਬਹੁਤ ਮਦਦ ਕਰਨਗੇ। ਧੰਨਵਾਦ ਬੱਚੋ।